ਸੱਚ ਲਾਏ ਤੋ ਸੱਚ ਲਾਗੇ, ਸਾਚੇ ਕੇ ਬਿਵਹਾਰੀ। ਸਾਚੀ ਵਸਤ ਕੇ ਪਾਰ ਚਲਾਏ, ਪਹੁੰਚੇ ਜਾਏ ਭੰਡਾਰੀ। ਨਾਮ ਕੇ ਵਿਆਪਾਰੀ, ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਨਾਮ ਕੇ ਵਿਆਪਾਰੀ, ਹਰ ਕੇ ਨਾਮ ਕੇ ਵਿਆਪਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰਬਾਣੀ ਵਿਚਾਰਦੇ ਗੁਰਮੁਖ ਸੂਝਵਾਨ ਪਤਵੰਤਿਓ ਔਰ ਬਾਕੀ ਵੀ ਸਾਰੀ ਸਾਧ ਸੰਗਤ ਗੁਰੂ ਖਾਲਸਾ ਜੀਓ, ਆਪ ਜੀ ਦੇ ਨਾਲ ਅਗਲੀ ਵਿਚਾਰ ਸਾਂਝੀ ਕਰਨੀ ਹੈ। ਸੁਖਮਨੀ ਸਾਹਿਬ ਧੰਨ ਧੰਨ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਰਚੀ ਗਈ, ਉਚਾਰੀ ਗਈ ਇਹ ਜਿਹੜੀ ਸੁਖਮਨੀ ਸਾਹਿਬ ਹੈ, ਸ਼ਾਕਾਰ ਹੈ। ਇਹਦੀ ਵਿਚਾਰ ਨੂੰ ਅੱਗੇ ਤੋਰੀਏ ਆਪਣੀ ਤੁੱਛ ਬੁੱਧੀ ਅਨੁਸਾਰ। ਤੋ ਸਾਧ ਸੰਗਤ ਜੀਓ, ਗੁਰੂ ਮਹਾਰਾਜ ਫਰਮਾਨ ਕਰਦੇ हैं, ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਸਰਬ ਕਲਿਆਣ ਸੂਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਵਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਵਸਤ ਦੀਜੈ ਕਰ ਮਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਂ ਕੀ ਉਪਮਾ ਕਹੀ ਨ ਜਾਏ, ਨਾਨਕ ਸਰਬ ਰਹਾ ਸਮਾਏ। ਪ੍ਰਭ ਬਖਸ਼ੰਦ ਦੀਨ ਦਇਆਲ, ਭਗਤ ਬਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਿਪਾਲ। ਆਦਿ ਪੁਰਖ ਕਾਰਣ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਚੀਤ। ਹਮ ਨਿਰਗੁਨਿਆਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਭਾ ਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹ ਨਿਵਾਸ, ਸਰਬ ਸੂਖ ਨਾਨਕ ਪਰਗਾਸ। ਸਾਧ ਸੰਗ ਪ੍ਰਭ ਦੇਹ ਨਿਵਾਸ, ਸਰਬ ਸੂਖ ਨਾਨਕ ਪਰਗਾਸ। ਸਾਜਨ ਸੰਤ ਕਰੋ ਇਹ ਕੰਮ, ਇਹ ਸੰਤ ਜਨੋ ਸੱਜਣੋ ਇਹ ਕੰਮ ਕਰੋ। ਕਿਹੜਾ? ਆਨ ਤਿਆਗ ਜਪੋ ਹਰ ਨਾਮ। ਹੋਰ ਸਭ ਕੁਝ ਛੱਡ ਕੇ ਨਾਮ ਨੂੰ ਜਪਣ ਲੱਗ ਜਾਓ। ਸੰਗਿਓ, ਇੱਥੇ ਜਪੋ ਸ਼ਬਦ ਹਾਹੇ ਨੂੰ ਔਂਕੜ ਨਾਲ ਆਉਂਦਾ, ਵੀ ਤੁਸੀਂ ਜਪੋ, ਊੜੇ ਨੂੰ ਔਂਕੜ ਨਹੀਂ ਹੈ ਇੱਥੇ। ਇਹ ਸਾਰਾ ਹੀ ਜਿਹੜਾ ਸ਼ਬਦ ਹੈ ਅੱਗੇ ਪਾਵ ਹੋ ਜਪਾਵ ਹੋ, ਇਹ ਦੂਜਿਆਂ ਖਾਤਰ ਉਪਦੇਸ਼ ਕਰ ਰਹੇ ਗੁਰੂ ਮਹਾਰਾਜ। ਵਿਆਕਰਨਕ ਭੇਦ ਹੈ। ਬਾਕੀ ਸਭ ਕੁਝ ਛੱਡ ਦੋ। ਕਿਹੜਾ ਛੱਡ ਦੋ? ਗਿਆਨਹੀਣੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਇਹ ਛੱਡ ਦੋ ਭਾਈ ਸਾਰਾ ਕੁਛ। ਜਮ ਜਗਾਤੀ ਦੂਜੇ ਭਾਏ ਕਰ ਲਾਏ, ਨਾਵੋਂ ਭੁੱਲੇ ਦੇਸ ਜਾਏ। ਜਮ ਜਗਾਤੀ ਨੇ ਦੂਜੇ ਭਉ ਪਰ ਡੰਨ ਲਾਉਣਾ ਹੀ ਲਾਉਣਾ ਹੈ। ਨਾਮ ਤੋਂ ਭੁੱਲੇ ਹੋਇਆਂ ਨੂੰ ਸਜ਼ਾ ਦੇਣੀ ਹੀ ਦੇਣੀ। ਘਰ ਹੀ ਮਾਹੇ ਦੂਜੇ ਭਾਏ ਹਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ। ਅੰਦਰ ਮੈਲ ਔਰ ਹਨੇਰਾ ਪਿਆ ਦੂਜੇ ਭਾਅ ਦਾ, ਇਹਨੂੰ ਛੱਡ ਕੇ ਚਾਨਣ ਵਿੱਚ ਆ ਜਾਓ।
ਹਉਮੈ ਕਰਕੇ ਇਹ ਸਾਰਾ ਕੁਛ। ਪਾਤਸ਼ਾਹ ਫਰਮਾਉਂਦੇ, ਦੂਜੇ ਲੋਕੀ ਬਹੁਤ ਦੁੱਖ ਪਾਇਆ, ਸਤਿਗੁਰ ਮੈਨੂੰ ਏਕ ਦਿਖਾਇਆ। ਲੋਕਾਂ ਨੇ ਦੂਜੇ ਭਾਉ ਵਿੱਚ ਬਹੁਤ ਦੁੱਖ ਪਾਇਆ ਹੋਇਆ, ਪਰ ਪਾਤਸ਼ਾਹ ਫਰਮਾਉਂਦੇ ਵੀ ਮੈਨੂੰ ਸਤਿਗੁਰੂ ਨੇ ਇੱਕ ਦਿਖਾਤਾ, ਇੱਕ ਦੇ ਨਾਲ ਹੀ ਕਲਿਆਣ ਹੋਣਾ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ। ਇਹ ਸਾਰਾ ਜਗਤ ਅਗਿਆਨੀ ਹੈ, ਅੰਨਾ ਹੈ, ਦੂਜੇ ਭਾਉ ਵਿੱਚ ਕਰਮ ਕਰ ਰਿਹਾ ਹੈ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਦੂਜੀ ਸੇਵਾ ਜੀਵਨ ਬਿਰਥਾ। ਦੇਖੋ ਕੈਸੇ ਕੈਸੇ ਬਚਨ ਨੇ ਗੁਰੂ ਸਾਹਿਬ ਦੇ। ਬਿਨ ਗੁਰ ਹੋਰ ਧਿਆਨ ਹੈ, ਸਭ ਦੂਜਾ ਭਾਉ। ਗੁਰੂ ਤੋਂ ਬਿਨਾਂ ਹੋਰ ਕੋਈ ਵੀ ਧਿਆਨ, ਕੋਈ ਵੀ ਗਿਆਨ, ਕੋਈ ਵੀ ਸੋਚ, ਕੋਈ ਵੀ ਕਿਸੇ ਕਿਸਮ ਦਾ ਖਿਆਲ ਕਰਨਾ, ਉਹ ਖਾਮ ਹੈ, ਕੱਚਾ ਹੈ। ਦੂਜੇ ਭਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਇਸ ਦੂਜੇ ਭਾਉ ਨੇ ਬਹੁਤ ਘਰ ਗਾਲੇ ਪਏ ਹੈ, ਰਾਮ ਦੀ ਭਗਤੀ ਸਦਾ ਹੀ ਸੁਖਾਲੀ ਹੈ, ਜਿਹਦੇ ਨਾਲ ਕਲਿਆਣ ਵੀ ਹੋ ਜਾਂਦਾ ਹੈ। ਔਰ ਹੋਰ ਦੇਖੋ ਅੱਗੇ ਕਰੜਾ ਬਚਨ ਆ ਰਿਹਾ ਗੁਰੂ ਮਹਾਰਾਜ ਦਾ, ਮਤ ਜਾਣੋ ਜਗ ਜੀਵਨ ਦਾ, ਦੂਜੇ ਭਾਏ ਮੋਇਆਸ। ਜਗ ਜਿਉਂਦਾ ਨਹੀਂ ਹੈ, ਦੂਜੇ ਭਾਉ ਸੁੱਤਾ ਪਿਆ, ਮਰਿਆ ਪਿਆ। ਔਰ ਮਨ ਕਾ ਸੂਤਕ ਦੂਜਾ ਭਾਉ। ਬਾਰ ਬਾਰ ਗੁਰੂ ਮਹਾਰਾਜ ਫਰਮਾਉਂਦੇ ਹੈ, ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ, ਦੂਜਾ ਭਾਉ ਨਾ ਜਾਣੈ। ਏਕੋ ਪੜ੍ਹੈ ਏਕੋ ਨਾਉ ਬੂਝੈ, ਦੂਜਾ ਅਵਰ ਨਾ ਜਾਣੈ। ਪ੍ਰਹਲਾਦ ਦੀ ਬਾਤ ਹੈ, ਭਗਤ ਪ੍ਰਹਲਾਦ ਜੀ ਦੀ। ਦੈਂਤ ਦਾ ਪੁੱਤ ਸੀ ਹਰਨਾਕਸ਼ ਦਾ, ਉਹ ਕਿਸੇ ਕਰਮ ਧਰਮ ਜਾਂ ਸੰਜਮ ਵਿੱਚ ਨਹੀਂ ਸੀ ਪਿਆ, ਦੂਜਾ ਭਾਉ ਨੂੰ ਜਾਣਦਾ ਹੀ ਨਹੀਂ ਸੀਗਾ। ਏਕੋ ਪੜ੍ਹੈ ਏਕੋ ਨਾਉ ਬੂਝੈ, ਇੱਕ ਹੀ ਪੜ੍ਹਿਆ। ਪਾਂਡੇ ਨੂੰ ਵੀ ਜਿਹੜਾ ਸਿਖਾਉਣ ਵਾਸਤੇ ਆਇਆ ਸੀ, ਉਹਨੂੰ ਵੀ ਇੱਕ ਹੀ ਪੜ੍ਹਾਤਾ। ਇੱਕੋ ਹੀ ਨਾਉ ਨੂੰ ਬੁੱਝਿਆ, ਦੂਜਾ ਅਵਰ ਨਾ ਜਾਣੈ। ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਸੀਗਾ। ਹਰਨਾਕਸ਼ ਕਹਿੰਦਾ ਸੀ ਮੈਨੂੰ ਕਹਿ ਵੀ ਮੈਂ ਰੱਬ ਹਾਂ, ਉਹ ਕਹਿੰਦਾ ਜੀ ਨਹੀਂ, ਤੁਸੀਂ ਰੱਬ ਹੈ ਨਹੀਂ, ਰੱਬ ਤਾਂ ਇੱਕੋ ਹੀ ਆ, ਉਹ ਤਾਂ ਅੰਦਰ ਬੈਠਾ ਸਭ ਦੇ। ਸੋ ਸਾਧ ਸੰਗਤ ਜੀ, ਉਹ ਦੂਜੇ ਭਾਉ ਤੋਂ ਗੁਰਬਾਣੀ ਨੇ ਬਹੁਤ ਸਖਤੀ ਨਾਲ ਵਰਜਿਆ ਹੋਇਆ। ਦੂਜੇ ਭਾਏ ਨਾ ਸੇਵਿਆ ਜਾਏ, ਔਰ ਇਹ ਗੁਰ ਕੈ ਸ਼ਬਦ ਦੂਜਾ ਭਾਉ ਜਾਏ, ਭਾਉ ਦੂਜਾ ਜਾਏ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਦੂਜਾ ਭਾਉ ਮਿਟ ਸਕਦਾ, ਅਦਰਵਾਈਜ਼ ਨਹੀਂ ਮਿਟਦਾ। ਖਾਧਾ ਪੈਦਾ ਬਾਦ ਹੈ, ਜਾਂ ਮਨ ਦੂਜਾ ਭਾਉ। ਦੂਜੇ ਭਾਉ 'ਚ ਖਾਣਾ ਪੀਣਾ ਸਭ ਕੁਛ ਬੇਕਾਰ ਹੈ, ਜੇ ਏਕਾ ਲੱਗ ਗਿਆ ਤਾਂ ਸਭ ਕੁਛ ਪਵਿੱਤਰ ਹੈ। ਏਕੋ ਸੇਵੀ ਸਦਾ ਥਿਰ ਸਾਚਾ, ਦੂਜੇ ਲਾਗਾ ਸਭ ਜਗ ਕਾਚਾ। ਸਭ ਕੱਚਾ ਜਗ ਦੂਜੇ ਪਾਸੇ ਖਾਮ ਲੱਗਿਆ ਹੋਇਆ। ਗੁਰੂ ਸਾਹਿਬ ਫਰਮਾਉਂਦੇ, ਮੈਂ ਤਾਂ ਇੱਕ ਦੀ ਉਹ ਸੇਵਾ ਕਰਦਾ, ਉਹ ਸੱਚੇ ਦੀ। ਔਰ ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦਿਰੜਾਇਆ। ਅਸੀਂ ਮੂਰਖ ਲੋਕ ਪੜ੍ਹ ਪੜ੍ਹ ਕੇ ਵੀ ਦੂਜੇ ਭਾਉ ਨੂੰ ਹੀ ਪੱਕਾ ਕਰਦੇ ਹਾਂ, ਏਕੇ ਭਾਉ 'ਚ ਆਉਣਾ ਚਾਹੁੰਦੇ ਹੀ ਨਹੀਂ, ਜਿਹੜਾ ਕੁਛ ਪੜ੍ਹਨੇ ਦਾ ਮਕਸਦ ਹੁੰਦਾ ਸਾਡਾ। ਸਤਿਗੁਰ ਭੇਂਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ। ਇਹ ਨਿਕਲੂਗਾ ਵੀ ਤਾਂ ਜੇ ਸਤਿਗੁਰੂ ਨਾਲ ਭੇਂਟ ਹੋਊਗੀ, ਅਦਰਵਾਈਜ਼ ਇਹ ਨਿਕਲ ਨਹੀਂ ਸਕਦਾ। ਤਾਂ ਹੀ ਨਿਕਲਦਾ ਨਹੀਂ ਹੈ। ਸਾਰੀ ਸ੍ਰਿਸ਼ਟੀ ਸੁੱਤੀ ਪਈ ਹੈ ਦੂਜੇ ਭਾਉ 'ਚ, ਏਕਾ ਭਾਉ ਬਣਦਾ ਹੀ ਨਹੀਂ ਹੈ। ਜੇ ਏਕੇ ਭਾਉ ਦੀ ਸੋਝੀ ਆ ਜਾਏ ਤਾਂ ਬਣੇ, ਸੋਝੀ ਉਹ ਨਹੀਂ ਹੈ। ਪਹਿਲਾਂ ਕਿੱਥੋਂ ਪ੍ਰਾਪਤ ਹੋਣੀ ਹੈ ਇਹ ਸਾਰੀ ਚੀਜ਼? ਸੰਗਤ 'ਚੋਂ। ਤੋ ਸਾਧ ਸੰਗਤ ਜੀ, ਉਹ ਗੁਰੂ ਸਾਹਿਬ ਸਾਨੂੰ ਪੰਚਮ ਪਾਤਸ਼ਾਹ ਫਰਮਾਉਂਦੇ ਹੈ, ਆਦੇਸ਼ ਕਰਦੇ ਹੈ, ਆਨ ਤਿਆਗ ਜਪੋ ਹਰ ਨਾਮ। ਸਭ ਕੁਝ ਛੱਡ ਕੇ ਨਾਮ ਨੂੰ ਜਪੋ ਭਾਈ। ਸਿਮਰ 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 ਸੁਖ ਪਾਵੋ। ਉਹਨੂੰ ਸਿਮਰ ਸਿਮਰ ਕੇ, ਸਿਮਰ ਸਿਮਰ ਕੇ, ਸਿਮਰ ਸਿਮਰ ਕੇ ਸੁਖ ਪਾਓ। ਆਪ ਜਪੋ ਅਵਰਾ ਨਾਮ ਜਪਾਵੋ। ਆਪ ਵੀ ਜਪੋ, ਦੂਜਿਆਂ ਨੂੰ ਵੀ ਜਪਾਓ। ਇਹ ਨਾ ਹੋਵੇ ਵੀ ਆਪ ਜਪਦੇ ਨਹੀਂ, ਦੂਜਿਆਂ ਨੂੰ ਜਪਾਉਣ ਲਾਉਂਦੇ। ਅੱਜ ਕੱਲ੍ਹ ਜ਼ਿਆਦਾ ਇਹੀ ਕੁਛ ਹੋ ਰਿਹਾ। ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਭਗਤ ਪਾਏ ਤਰੀਏ ਸੰਸਾਰ। ਜੇ ਪ੍ਰੇਮਾ ਭਗਤੀ ਹੋਊਗੀ ਤਾਂ ਸੰਸਾਰ ਸਾਗਰ ਨੂੰ ਤਰ ਹੋਣਾ ਹੈ। ਇਹ ਜਿਹੜਾ ਭਵਜਲ ਹੈ ਸੰਸਾਰ ਰੂਪੀ। ਬਿਨ ਭਗਤੀ ਤਨ ਹੋਸੀ ਛਾਰ। ਭਗਤੀ ਤੋਂ ਬਿਨਾਂ ਜਿਹੜਾ ਸਰੀਰ ਹੈ ਇਹਨੇ ਮਿੱਟੀ ਹੋ ਜਾਣਾ ਭਾਈ। ਸਰਬ ਕਲਿਆਣ ਸੂਖ ਨਿਧ ਨਾਮ। ਸਾਰੇ ਕਲਿਆਣ ਸੁਖ ਨਿਧੀਆਂ ਖਜ਼ਾਨੇ ਸਿਰਫ ਨਾਮ ਹੈ। ਬੂੜਤ ਜਾਤ ਪਾਏ ਵਿਸਰਾਮ। ਡੁੱਬਿਆਂ ਜਾਂਦਿਆਂ ਨੂੰ ਵੀ ਆਸਰਾ ਮਿਲ ਜਾਂਦਾ ਹੈ। ਸਾਧ ਸੰਗਤ ਜੀਓ, ਇਹ ਜਿਹੜਾ ਡੁੱਬਣਾ ਸ਼ਬਦ ਹੈ ਗੁਰਬਾਣੀ 'ਚ ਅਕਸਰ ਬੂਡਣਾ ਹੀ ਆਉਂਦਾ ਹੈ। ਬੱਬੇ ਨੂੰ ਬੱਬਾ ਮੂਹਰੇ ਆਉਂਦਾ ਇਹਦੇ 'ਚ।
ਪਰ ਭਾਵ ਇਹਦਾ ਡੁੱਬਣ ਤੋਂ ਹੀ ਹੈ। ਜਦੋਂ ਬੰਦਾ ਡੁੱਬਦਾ ਹੈ ਤਾਂ ਹਵਾ ਦੇ ਵਿੱਚ ਗਿਰਦਾ ਹੋਇਆ ਧੂਏ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਆਪਾਂ ਸੰਸਾਰ ਕਰ ਰਿਹਾ। ਪਾਣੀ 'ਚ ਡੁੱਬਦਾ ਹੋਇਆ ਝੱਗ ਨੂੰ ਫੜਨ ਦੀ ਕੋਸ਼ਿਸ਼ ਕਰਦਾ ਵੀ ਝੱਗ ਮੈਨੂੰ ਸ਼ਾਇਦ ਬਚਾ ਦੂਗੀ। ਨਹੀਂ ਭਾਈ, ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਡੁੱਬਦਿਆਂ ਜਾਂਦਿਆਂ ਨੂੰ ਨਾਮ ਦਾ ਸਹਾਰਾ ਹੋ ਸਕਦਾ। ਸਗਲ ਦੁੱਖ ਕਾ ਹੋਵਤ ਨਾਸ, ਸਾਰਿਆਂ ਦੁੱਖਾਂ ਦਾ ਨਾਸ ਹੋ ਜਾਂਦਾ। ਨਾਨਕ ਨਾਮ ਜਪੋ ਗੁਣਤਾਸ, ਗੁਣਤਾਸ ਹੁੰਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ, ਉਹਨੂੰ ਜਪੋ। ਜਿਹੜਾ ਨਾਮ ਸਾਰਿਆਂ ਗੁਣਾਂ ਦਾ ਖਜ਼ਾਨਾ ਹੈ, ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ, ਉਹਨੂੰ ਜਪੋ ਭਾਈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਜਦੋਂ ਅੰਦਰ ਪ੍ਰੀਤ ਪੈਦਾ ਹੁੰਦੀ ਹੈ, ਪ੍ਰੇਮ ਪੈਦਾ ਹੁੰਦਾ, ਚਾਅ ਹੁੰਦਾ ਹੈ, ਮਨ ਤਨ ਅੰਤਰ ਇਹੀ ਸੋ, ਇਹੀ ਸਾਡਾ ਮਨੋਰਥ ਹੈ ਪ੍ਰੇਮ ਕਰਨ ਦਾ ਪਰਮਾਤਮਾ ਨੂੰ। ਪ੍ਰਯੋਜਨ ਇਹੀ ਹੈ ਵੀ ਸਾਡੇ ਮਨ ਤਨ ਅੰਦਰ ਉਹਦੀ ਪ੍ਰੀਤ ਪੈਦਾ ਹੋ ਜਾਏ, ਨਾ ਕਿ ਅਸੀਂ ਬਾਹਰ ਦਾ ਕਰਮ ਧਰਮ ਹੀ ਕਰਦੇ ਰਹੀਏ। ਨੇਤਰੋਂ ਪੇਖ ਦਰਸ ਸੁਖ ਹੋਏ, ਦਰਸ਼ਨਾਂ ਦੇ ਨਾਲ ਦੇਖ ਕੇ ਸੁੱਖ ਪੈਦਾ ਹੁੰਦਾ ਹੈ। ਕਿਹਨੂੰ? ਸਰਗੁਣ ਸਰੂਪ ਸੰਤ ਨੂੰ। ਮਨ ਵਿਗਸੈ ਸਾਧ ਚਰਨ ਧੋਏ, ਸਾਧੂ ਦੇ ਚਰਨ ਧੋ ਕੇ ਮਨ ਵਿਗਸ ਜਾਂਦਾ। ਮਤਲਬ ਹੈ ਸਾਧੂ ਨੂੰ ਅਰਪਣ ਕਰਨਾ ਆਪਣਾ ਆਪਾ। ਭਗਤ ਜਨਾਂ ਕੈ ਮਨ ਤਨ ਰੰਗ, ਭਗਤਾਂ ਦਾ ਮਨ ਵੀ ਤਨ ਵੀ ਰੰਗਿਆ ਜਾਂਦਾ ਨਾਮ ਨਾਲ। ਵਿਰਲਾ ਕੋ ਪਾਵੈ ਸੰਗ, ਇਹ ਜਿਹੜੀ ਸਾਧ ਦਾ ਸੰਗ ਹੈ, ਸੰਗਤ ਹੈ, ਇਹ ਕੋਈ ਵਿਰਲੇ ਨੂੰ ਮਿਲਦੀ ਹੈ। ਕਰਦੇ ਬਹੁਤ ਹੈ, ਮਿਲਦੀ ਵਿਰਲੇ ਨੂੰ। ਏਕ ਵਸਤ ਦੀਜੈ ਕਰ ਮਾਇਆ, ਕਰ ਆਪਣੀ ਕਿਰਪਾ, ਮਾਇਆ ਕਰ, ਸਾਨੂੰ ਇੱਕ ਵਸਤੂ ਦੇ ਦੇ। ਦਇਆ ਤਾਂ ਤੂੰ ਬਹੁਤ ਕਰਦਾ ਸਾਡੇ ਉੱਪਰ, ਸਭ ਚੀਜ਼ਾਂ ਤੈਂ ਹੀ ਦਿੱਤੀਆਂ। ਅੱਖ, ਨੱਕ, ਕੰਨ, ਸਰੀਰ, ਲੱਤਾਂ ਬਾਹਾਂ ਸਭ ਤੈਂ ਦਿੱਤੀਆਂ, ਜੀਭਾ ਤੈਂ ਦਿੱਤੀ ਹੈ। ਹੋਰ ਪਦਾਰਥ ਤੂੰ ਬਹੁਤ ਬਖਸ਼ ਰਿਹਾ ਹੈ, ਪਰ ਹੁਣ ਮਾਇਆ ਵੀ ਕਰਦੇ, ਨਾਮ ਵੀ ਬਖਸ਼ ਦੇ। ਗੁਰ ਪ੍ਰਸਾਦ ਨਾਮ ਜਪ ਲਿਆ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਨਾਮ ਜਪ ਲਈਏ ਤਾਂ ਕਿ ਉਪਮਾ ਕਹੀ ਨਾ ਜਾਏ। ਨਾਨਕ ਸਰਬ ਰਿਹਾ ਸਮਾਏ, ਉਹਦੀ ਉਪਮਾ ਕਹੀਓ ਨਹੀਂ ਜਾ ਸਕਦੀ। ਜੇ ਸਾਰੀ ਦੁਨੀਆ ਦੇ ਜਿੰਨੇ ਵੀ ਜੰਗਲ ਦਰਖਤ ਹੈ ਉਹਨਾਂ ਨੂੰ ਕੱਟ ਕੇ ਕਲਮ ਬਣਾ ਲਈਏ, ਸਾਰੀਆਂ ਧਰਤੀਆਂ ਕਾਗਜ਼ ਬਣਾ ਲਈਏ, ਤਾਂ ਵੀ ਉਹਦਾ ਜਸ ਨਹੀਂ ਲਿਖਿਆ ਜਾ ਸਕਦਾ। ਨਾਨਕ ਸਰਬ ਰਿਹਾ ਸਮਾਏ, ਉਹ ਸਭ ਜਗ੍ਹਾ ਸਮਾਇਆ ਹੋਇਆ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ। ਇਹ ਵਛਲ ਸ਼ਬਦ ਸਾਧ ਸੰਗਤ ਜੀ ਉਹ ਵਤਸਲ ਹੈ, ਪਿਆਰੇ ਨੂੰ ਕਹਿੰਦੇ ਵਤਸਲ। ਭਗਤੀ ਦਾ, ਭਗਤਾਂ ਦਾ ਪਿਆਰਾ ਹੈ, ਉਹ ਸਦਾ ਹੀ ਕਿਰਪਾਲੂ ਹੈ। ਅਨਾਥ ਨਾਥ ਗੋਬਿੰਦ ਗੋਪਾਲ, ਉਹ ਨਾਥਾਂ ਦਾ ਨਾਥ ਹੈ, ਗੋਬਿੰਦ ਹੈ, ਗੋਪਾਲ ਹੈ। ਸਰਬ ਘਟਾਂ ਕਰਤ ਪ੍ਰਤਿਪਾਲ, ਸਾਰੇ ਹਿਰਦਿਆਂ ਨੂੰ ਦੀ ਪ੍ਰਤਿਪਾਲਨਾ ਕਰਦਾ, ਸਭ ਸਰੀਰਾਂ ਦੇ ਅੰਦਰ ਬੈਠਾ ਹੈ। ਆਦਿ ਪੁਰਖ ਕਾਰਣ ਕਰਤਾਰ, ਉਹ ਆਦਿ ਪੁਰਖ ਹੈ, ਕਾਰਣ ਕਰਤਾ ਵੀ ਉਹੀ ਹੈ। ਭਗਤ ਜਨਾਂ ਕੇ ਪ੍ਰਾਣ ਆਧਾਰ, ਭਗਤਾਂ ਦਾ ਪ੍ਰਾਣਾਂ ਦਾ ਆਸਰਾ ਵੀ ਉਹੀ ਹੈ। ਨਾਮ ਦੇ ਆਸਰੇ ਜਿਉਂਦਾ ਭਗਤ। ਭਗਤ ਜਨਾਂ ਕੀ ਬਰਤਨ ਨਾਮ, ਜੋ ਜੋ ਜਪੈ ਸੋ ਹੋਏ ਪੁਨੀਤ, ਜਿਹੜਾ ਉਹਨੂੰ ਜਪਣ ਲੱਗ ਜਾਂਦਾ ਉਹ ਪੁਨੀਤ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਭਗਤ ਪਾਏ ਲਾਵੈ ਮਨ ਹੀਤ, ਉਹ ਪ੍ਰੇਮਾ ਭਗਤੀ ਦੇ ਵਿੱਚ ਆਪਣਾ ਮਨ ਜੋੜ ਲੈਂਦਾ ਹੈ, ਉਹਦੇ ਨਾਲ ਹਿੱਤ ਜੋੜ ਲੈਂਦਾ ਹੈ, ਪ੍ਰੇਮ ਕਰਦਾ ਹੈ। ਹਮ ਨਿਰਗੁਣ ਯਾਰ ਨੀਚ ਅਜਾਨ, ਅਸੀਂ ਬਿਲਕੁਲ ਨਿਰਗੁਣ ਯਾਰੇ ਹਾਂ, ਸਾਡੇ 'ਚ ਕੋਈ ਗੁਣ ਨਹੀਂ ਮਹਾਰਾਜ। ਹਮ ਅਵਗੁਣ ਪਰੇ ਏਕ ਗੁਣ ਨਹੀਂ, ਨੀਚ ਹੈ, ਅਜਾਨ ਹੈ। ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਤੇਰੀ ਸ਼ਰਨ 'ਚ ਆਏ ਹਾਂ ਹੇ ਪੁਰਖ ਭਗਵਾਨ ਜੀਓ। ਪਾਤਸ਼ਾਹ ਫਰਮਾਉਂਦੇ ਅਸੀਂ ਤੇਰੀ ਸ਼ਰਨ ਵਿੱਚ ਹੈ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਸਾਰੇ ਹੀ ਬੈਕੁੰਠ ਜਿੰਨੇ ਵੀ ਹੈ, ਬੈਕੁੰਠ ਕਿੱਥੇ ਹੁੰਦਾ ਸਾਧ ਸੰਗਤ ਜੀ? ਜਿੱਥੇ ਵਿਸ਼ਨੂੰ ਰਹਿੰਦਾ, ਸਵਰਗ ਕਹਿੰਦੇ ਜਿਹਨੂੰ। ਕਈ ਕਿਸਮ ਦੇ ਸਵਰਗ ਹੈ ਹਿੰਦੂ ਧਰਮ ਦੇ ਵਿੱਚ, ਇੰਦਰ ਦਾ ਸਵਰਗ ਔਰ ਬ੍ਰਹਮਾ ਦਾ ਸਵਰਗ ਔਰ ਵਿਸ਼ਨੂੰ ਦਾ ਸਵਰਗ, ਸਾਰੇ ਅਲੱਗ ਅਲੱਗ ਸਵਰਗ ਹੈ। ਗੁਰੂ ਸਾਹਿਬ ਫਰਮਾਉਂਦੇ ਵੀ ਸਾਰੇ ਹੀ ਬੈਕੁੰਠ ਮੁਕਤੀਆਂ ਮੋਖ ਪਾ ਲਏ, ਜੇ ਇੱਕ ਨਿਮਖ ਹਰ ਦੇ ਗੁਣ ਗਾ ਲੇ। ਗੁਣ ਕਹੋ ਹਰ ਲਓ, ਉਹਦੇ ਗੁਣ ਗਾਉਣੇ ਇੱਕ ਨਿਮਖ ਵਾਸਤੇ ਵੀ ਜੇ ਹੋ ਜਾਏ। ਨਿਮਖ ਬਣਦਾ ਨਹੀਂ ਪਰ ਉਹ ਹੈ, ਜੇ ਬਣ ਜਾਏ ਤਾਂ ਸਦਾ ਵਾਸਤੇ ਉਹਦਾ ਹੋ ਜਾਂਦਾ ਬੰਦਾ। ਅਨੇਕ ਰਾਜ ਭੋਗ ਵਡਿਆਈ, ਬਹੁਤ ਸਾਰਾ ਰਾਜਾ ਬਣ ਕੇ ਰਾਜ ਭੋਗ ਕਰਨਾ, ਵਡਿਆਈਆਂ ਪ੍ਰਾਪਤ ਕਰਨੀਆਂ। ਹਰ ਕੇ ਨਾਮ ਕੀ ਕਥਾ ਮਨ ਪਾਈ, ਜਿਹਨੂੰ ਨਾਮ ਅੰਦਰ ਪ੍ਰਗਟ ਹੋ ਗਿਆ ਉਹ ਰਾਜਿਆਂ ਦਾ ਵੀ ਰਾਜਾ ਬਣ ਕੇ ਭੋਗਦਾ ਹੈ, ਵਡਿਆਈਆਂ ਹੁੰਦੀਆਂ ਉਹਦੀਆਂ।
ਹਰ ਕੇ ਨਾਮ ਕੀ ਕਥਾ ਮਨ ਭਾਈ। ਉਹਨੂੰ ਕਥਾ ਹਰੀ ਦੇ ਨਾਮ ਦੀ ਭਾਉਂਦੀ ਹੈ। ਬਹੁ ਭੋਜਨ ਕਾਪਰ ਸੰਗੀਤ, ਬੜੇ ਸਾਰੇ ਭੋਜਨ ਕੱਪੜੇ ਸੰਗੀਤ ਸਭ ਨਾਮ ਦੇ ਵਿੱਚ ਆ ਜਾਂਦੇ। ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਭਾ ਧਨਵੰਤ, ਉਹਦੀ ਕਰਨੀ ਵੀ ਭਲੀ, ਉਹਦੀ ਸੋਭਾ ਵੀ ਬਹੁਤ ਹੁੰਦੀ ਹੈ। ਧਨਵੰਤ ਹੋ ਜਾਂਦਾ ਉਹ। ਧਨਵੰਤ ਉਸੇ ਨੂੰ ਮੰਨਦੀ ਹੈ ਗੁਰਬਾਣੀ ਜਿਹਦੇ ਪੱਲੇ ਨਾਮ ਹੋਵੇ, ਉਹੀ ਗੁਣੀ ਗਹੀਰ ਹੁੰਦਾ। ਦੂਜੇ ਨੂੰ ਤਾਂ ਕੰਗਲਾ ਮੰਨਦੀ ਹੈ ਜਿਹੜਾ ਨਾਮ ਵਿਹੂਣ ਹੈ। ਨਾਮ ਵਿਹੂਣ ਬੰਦੇ ਨੂੰ ਗੁਰਬਾਣੀ ਬਿਸਤਾ ਦਾ ਕੀੜਾ ਤੱਕ ਗਿਰਦਾਉਂਦੀ ਹੈ। ਨਾਮ ਬਿਨਾ ਸਭ ਨੀਚ ਜਾਤ ਹੈ, ਬਿਸਤਾ ਕਾ ਕੀੜਾ ਹੋਏ। ਨੀਚ ਜਾਤ ਬਿਨਾ ਨਾਮ ਤੋਂ। ਹਿਰਦੈ ਵਸੇ ਪੂਰਨ ਗੁਰਮੰਤਰ, ਗੁਰੂ ਦਾ ਮੰਤਰ, ਪੂਰੇ ਗੁਰੂ ਦਾ ਮੰਤਰ ਹਿਰਦੇ 'ਚ ਵਸਦਾ ਹੈ। ਸਾਧ ਸੰਗ ਪ੍ਰਭ ਦੇ ਨਿਵਾਸ, ਸਾਧੂ ਦੀ ਸੰਗਤ ਦਾ ਨਿਵਾਸ ਦੇ ਪ੍ਰਭੂ ਜੀਓ। ਸਰਬ ਸੁਖ ਨਾਨਕ ਗੁਣ ਪ੍ਰਗਾਸ, ਸਾਰੇ ਸੁੱਖ ਉਸ ਪ੍ਰਗਾਸ ਵਿੱਚ ਹੈ ਜਿਹੜਾ ਸਾਧ ਸੰਗਤ ਦੇ ਵਿੱਚ ਨਾਮ ਪ੍ਰਗਟ ਹੁੰਦਾ ਹੈ। ਉਹੀ ਸਭ ਤੋਂ ਸਾਰਿਆਂ ਸੁੱਖਾਂ ਦਾ ਕਾਰਨ ਬਣਦਾ ਹੈ। ਤੋ ਪਾਤਸ਼ਾਹ ਦੀ ਬਾਣੀ ਆਪਣੀ ਤੁੱਛ ਬੁੱਧੀ ਅਨੁਸਾਰ ਪਿੱਛੇ ਚੱਲ ਕੇ ਉਹਨਾਂ ਦੇ ਕਰੀਏ ਕੋਸ਼ਿਸ਼ ਕਰਨ ਦੀ, ਕਿੰਨੀ ਸਫਲ ਹੋਈ ਹੈ ਸੰਗਤ ਜਾਣੇ। ਸਾਧ ਸੰਗਤ ਜੋ ਥੋੜ੍ਹੀ ਜਿਹੀ ਵਿਚਾਰ ਅੱਗੇ ਹੋਰ ਤੋਰੀਏ। ਗੁਰਬਾਣੀ 'ਚ ਕਈ ਦਫਾ ਵਿਰੋਧਾਭਾਸ ਨਜ਼ਰ ਆਉਂਦਾ ਹੈ ਸਾਨੂੰ, ਹਉਮੈ ਕਰਕੇ, ਬੁੱਧੀ ਕਰਕੇ। ਕਿਵੇਂ? ਵੱਡੇ ਭਾਗ ਸਤ ਸੰਗਤ ਪਾਈ, ਹਰ ਹਰ ਨਾਮ ਰਿਹਾ ਭਰਪੂਰ। ਵੱਡਿਆਂ ਭਾਗਾਂ ਦੇ ਨਾਲ ਜੇ ਚੰਗੇ ਕਰਮ ਹੋਵੇ ਤਾਂ ਸੰਗਤ ਮਿਲਦੀ ਹੈ। ਬਿਨ ਕਰਮਾਂ ਕਿਉਂ ਸੰਗਤ ਪਾਈਐ। ਹੁਣ ਵੱਡੇ ਭਾਗ ਤਾਂ ਹੋ ਗਏ ਜਿਹੜੇ ਸਾਡੇ ਚੰਗੀ ਕਿਸਮਤ ਹੈ ਪਰਮਾਤਮਾ ਵੱਲੋਂ। ਇੱਕ ਫਿਰ ਆ ਗਈ ਗੱਲ, ਬਿਨ ਕਰਮਾਂ ਕਿਉਂ ਸੰਗਤ ਪਾਈਐ। ਜੇ ਕਰਮ ਹੀ ਨਹੀਂ ਚੰਗੇ ਕਰੂੰਗੇ ਸੰਗਤ ਕਿਵੇਂ ਮਿਲੂਗੀ। ਦੋ ਗੱਲਾਂ ਨਜ਼ਰ ਆਉਂਦੀਆਂ। ਜਿਵੇਂ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹ ਦਰਸ ਹਰ ਆਇਆ। ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਇਹ ਦੇਹ ਮਿਲੀ ਹੈ ਮਨੁੱਖਾ। ਪਰ ਦੂਜੇ ਪਾਸੇ ਗੁਰੂ ਸਾਹਿਬ ਇਹ ਵੀ ਫਰਮਾਉਂਦੇ ਵੀ ਵੱਡਿਆਂ ਭਾਗਾਂ ਨਾਲ ਮਨੁੱਖਾ ਦੇਹੀ ਮਿਲਦੀ ਹੈ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰੇ। ਵਿਰੋਧਾਭਾਸ ਨਜ਼ਰ ਆਉਂਦਾ ਸਾਨੂੰ, ਹੈ ਨਹੀਂ ਅਸਲ 'ਚ। ਇਹਦਾ ਕਾਰਨ ਇਹ ਹੈ, ਇਹਦੇ ਵਿੱਚ ਵੀ ਇੱਕ ਨਿਊਐਂਸ ਹੈ, ਸਟਲਟੀ ਹੈ। ਬਈ ਸੰਤ ਲੋਕ ਜਦੋਂ ਚੌਥੇ ਪਦ ਔਰ ਪਰਮ ਪਦ ਦੇ ਵਾਸੀ ਹੋ ਜਾਂਦੇ ਆ, ਉਹ ਕਦੇ ਵੀ ਨਹੀਂ ਆਪਣੇ ਉੱਪਰ ਲੈਂਦੇ ਕਿਸੇ ਗੱਲ ਨੂੰ ਚੰਗੀ ਨੂੰ ਵੀ ਅਸੀਂ ਕਰੀਏ। ਉਹ ਹਮੇਸ਼ਾ ਉਹਨੂੰ ਪਰਮਾਤਮਾ ਵੱਲ ਜੋੜਦੇ ਆ ਵੀ ਤੈਂ ਕਰੀ। ਸੰਸਾਰੀ ਬੰਦਾ ਆਪਣੇ ਨਾਲ ਜੋੜਦਾ ਹੈ ਚੰਗੇ ਕੰਮ ਨੂੰ, ਭਗਤ ਉਹਦੇ ਨਾਲ ਜੋੜਦੇ। ਇਹ ਫਰਕ ਹੈ ਕਹਿਣ ਦਾ। ਵਿਆਹ ਤਾਂ ਸੰਤ ਲੋਕ ਵੀ ਆਪਣੇ ਲੜਕੇ ਲੜਕੀਆਂ ਦਾ ਕਰਦੇ ਆ, ਹੋਰ ਕਾਰੋਬਾਰ ਵੀ ਕਰਦੇ ਆ, ਪਰ ਉਹ ਕਹਿੰਦੇ ਇਹ ਹੈ ਵੀ ਤੇਰੀ ਕਿਰਪਾ ਨਾਲ ਹੋਇਆ। ਇਹ ਗੱਲ ਸਮਝਣ ਵਾਲੀ ਹੈ। ਵਿਰੋਧਾਭਾਸ ਕੋਈ ਨਹੀਂ ਹੈ। ਚੌਥੇ ਪਦ ਵਾਲਾ ਮਹਾਂਪੁਰਸ਼, ਚੌਥੇ ਘਰ ਵਾਲਾ ਮਹਾਂਪੁਰਸ਼ ਕਦੇ ਵੀ ਆਪਣੇ ਉੱਪਰ ਨਹੀਂ ਲੈਂਦਾ ਚੰਗੀ ਗੱਲ ਨੂੰ। ਉਹ ਸਭ ਉਹਦੀ ਕਿਰਪਾ ਮੰਨਦਾ ਹੈ, ਕਿਉਂਕਿ ਹਉਮੈ ਟੁੱਟੀ ਹੋਈ ਹੁੰਦੀ ਹੈ। ਸਾਰਾ ਖੇਡ ਹੀ ਹਉਮੈ ਦਾ ਸੰਸਾਰ ਦੇ ਵਿੱਚ। ਅਤੇ ਜਿਹੜਾ ਉੱਪਰਲਾ ਲੋਕ ਹੈ ਪਰਲੋਕ, ਉਹਦੇ 'ਚ ਸਾਰੀ ਖੇਡ ਹੀ ਹਉਮੈ ਰਹਿਤ ਹੋਣ ਦੀ ਹੈ। ਭਾਗ ਕਰਮ ਕਰਕੇ ਬਣਦੇ ਆ। ਜਿਹੜੇ ਚੰਗੇ ਭਾਗ ਹੈ, ਵੱਡੇ ਭਾਗ ਹੈ, ਉਹ ਕਰਮ ਕਰਕੇ ਬਣਦੇ ਆ। ਪਰ ਫਿਰ ਵੀ ਸੰਤ ਜਨ ਇਹ ਕਹਿੰਦੇ ਆ ਵੀ ਤੇਰੀ ਕਿਰਪਾ ਹੋਈ ਹੈ ਤਾਂ ਅਸੀਂ ਉਹ ਕਰਮ ਕਰਿਆ, ਅਦਰਵਾਈਜ਼ ਅਸੀਂ ਕਰੇ ਨਹੀਂ ਸੀ ਸਕਦੇ। ਇਸ ਗੱਲ 'ਚ ਭੇਦ ਹੈ। ਜਿਵੇਂ ਸਾਧ ਸੰਗਤ ਜੋ ਭੇਦਾ ਭੇਦ ਸ਼ਬਦ ਹੈ, ਬਹੁਤ ਵਾਰੀ ਐਕਸਪਲੇਨ ਹੋਇਆ ਹੈ, ਫਿਰ ਅੱਜ ਦੱਸਦਾ ਕੋਸ਼ਿਸ਼ ਕਰ ਰਿਹਾ ਕਰਨੇ ਦੀ, ਕਿਉਂਕਿ ਇਹਦੀ ਸਮਝ ਨਹੀਂ ਆਉਂਦੀ ਛੇਤੀ ਛੇਤੀ। ਦੇਖੋ ਭੇਦਾ ਭੇਦ ਉਹ ਸ਼ਬਦ ਹੁੰਦੇ ਦੋ ਜਿਹੜੇ ਅਲੱਗ ਅਲੱਗ ਵੀ ਹੁੰਦੀ ਹੈ ਪਰਸਨੈਲਿਟੀ ਉਹਨਾਂ ਦੀ, ਪਰ ਉਹ ਇੱਕ ਦੂਜੇ ਦੀ ਜਗ੍ਹਾ ਵਰਤੇ ਵੀ ਜਾਂਦੇ ਆ। ਕਿਵੇਂ? ਜਪ ਅਤੇ ਸਿਮਰਨ, ਇਹ ਦੋਨੋਂ ਅਲੱਗ ਅਲੱਗ ਵੀ ਹੈ, ਅਲੱਗ ਅਲੱਗ ਅਵਸਥਾ 'ਚ ਹੁੰਦਾ ਹੈ। ਜਪ ਹੁੰਦਾ ਤ੍ਰੈਗੁਣੀ ਅਵਸਥਾ 'ਚ, ਸਿਮਰਨ ਹੁੰਦਾ ਚੌਥੇ ਪਦ 'ਚ। ਹਾਲਾਂਕਿ ਇਹ ਇੱਕ ਦੂਜੇ ਖਾਤਰ ਗੁਰਬਾਣੀ 'ਚ ਵਰਤੇ ਗਏ ਆ। ਕਿਵੇਂ? ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਰਸਨਾ ਦੇ ਨਾਲ ਸੱਚੇ ਨੂੰ ਸਿਮਰਨਾ, ਹਾਲਾਂਕਿ ਰਸਨਾ ਦੇ ਨਾਲ ਜਪ ਹੁੰਦਾ। ਆਠ ਪਹਿਰ ਜਨ ਹਰ ਹਰ ਜਪੈ। ਅੱਠੇ ਪਹਿਰ ਜਪਣਾ ਨਹੀਂ ਹੁੰਦਾ, ਅੱਠੇ ਪਹਿਰ ਸਿਮਰਨ ਹੁੰਦਾ। ਪਰ ਇਹ ਇੱਕ ਦੂਜੇ ਖਾਤਰ ਵਰਤੇ ਗਏ ਗੁਰਬਾਣੀ 'ਚ, ਇਸੇ ਕਰਕੇ ਭੇਦਾ ਭੇਦ ਹੈ। ਪਦਾਰਥਕ ਚੀਜ਼ਾਂ ਵੀ ਭੇਦਾ ਭੇਦ ਹੁੰਦੀਆਂ ਅਤੇ ਰੂਹਾਨੀ ਚੀਜ਼ਾਂ ਵੀ ਭੇਦਾ ਭੇਦ ਹੁੰਦੀਆਂ। ਜਿਵੇਂ ਸੋਨਾ ਅਤੇ ਸੋਨੇ ਦੇ ਗਹਿਣੇ ਅਲੱਗ ਅਲੱਗ ਵੀ ਹੈ ਪਰ ਇੱਕ ਵੀ ਹੈ।
ਬਿਲਕੁਲ ਇਸੇ ਤਰ੍ਹਾਂ ਮੂਰਤ ਔਰ ਸੂਰਤ ਹੈ। ਮੂਰਤ ਹੁੰਦੀ ਹੈ ਚੌਥੇ ਪਦ ਵਾਲੇ ਮਹਾਂਪੁਰਸ਼ ਦੀ, ਪਰਮ ਪਦ ਦੇ ਵਾਸੀ ਦੀ। ਸੂਰਤ ਹੁੰਦੀ ਹੈ ਸਾਡੇ ਸੰਸਾਰੀ ਲੋਕਾਂ ਦੀ। ਇਹ ਵੀ ਇੱਕ ਦੂਜੇ ਦੀ ਜਗ੍ਹਾ ਵਰਤੇ ਗਏ ਹੈ। ਨਾਮ ਔਰ ਸ਼ਬਦ, ਇਹ ਵੀ ਭੇਦਾ ਭੇਦ ਹੈ। ਕਿਤੇ ਨਾਮ ਸ਼ਬਦ ਖਾਤਰ ਆਇਆ, ਕਿਤੇ ਸ਼ਬਦ ਨਾਮ ਖਾਤਰ ਵੀ ਆਉਂਦਾ। ਕਰਮ ਬਖਸ਼ਿਸ਼ ਦੇ ਰੂਪ 'ਚ ਔਰ ਨਦਰ ਜਾਂ ਪ੍ਰਸਾਦ, ਇਹ ਵੀ ਭੇਦਾ ਭੇਦ ਹੈ ਸਾਧ ਸੰਗਤ ਜੀ। ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਮਿਲਦਾ ਹੈ, ਲੇਕਿਨ ਗੁਰੂ ਕਰਮ ਪਰਮਾਤਮਾ ਦਾ ਜੇ ਹੋਵੇ ਸਾਡੇ ਉੱਪਰ, ਕਰਮ ਅਰਬੀ ਦਾ ਸ਼ਬਦ ਹੈ, ਫਾਰਸੀ ਦਾ। ਕਰਮ ਤੋਂ ਭਾਵ ਹੈ ਕਿਰਪਾ। ਪਰਮਾਤਮਾ ਦੀ ਕਿਰਪਾ ਨੂੰ ਮੋਸਟਲੀ ਕਰਮ ਕਿਹਾ ਜਾਂਦਾ ਹੈ, ਸਾਡੇ ਉੱਤੇ ਕਰਮ ਕਰਦਾ। ਅਤੇ ਗੁਰੂ ਦੀ ਕਿਰਪਾ ਨੂੰ ਪ੍ਰਸਾਦ ਜਾਂ ਨਦਰ ਕਿਹਾ ਜਾਂਦਾ ਹੈ। ਪਰ ਇਹ ਵੀ ਇੱਕ ਦੂਜੇ ਦੀ ਜਗ੍ਹਾ ਗੁਰਬਾਣੀ 'ਚ ਆਏ ਹੋਏ ਹੈ। ਕਿਵੇਂ? ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਇੱਥੇ ਪਰਮਾਤਮਾ ਦੀ ਨਜ਼ਰ ਆ ਗਈ। ਜਾਂ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੈਂ, ਤਿਸ ਠਾਕਰ ਕੋ ਰਖ ਮਨ ਮਾਹੈ। ਉੱਥੇ ਵੀ ਪ੍ਰਸਾਦ ਪਰਮਾਤਮਾ ਦਾ ਆ ਗਿਆ। ਹਾਲਾਂਕਿ ਗੁਰੂ ਦੇ ਨਾਲ ਜੁੜਦਾ ਪ੍ਰਸਾਦ। ਕਰਮ ਜਿਹੜਾ ਹੈ ਬਖਸ਼ਿਸ਼, ਮਤਲਬ ਇੱਕੋ ਹੀ ਇਹਨਾਂ ਦੋਹਾਂ ਤਿੰਨਾਂ ਦੇ, ਪਰ ਫਿਰ ਥੋੜ੍ਹਾ ਜਿਹਾ ਸਟਲ ਭੇਦ ਵੀ ਹੈ। ਤੋ ਪ੍ਰਸਾਦ ਸ਼ਬਦ ਵੀ ਪਰਮਾਤਮਾ ਦੀ ਕਿਰਪਾ ਖਾਤਰ ਆਉਂਦਾ ਹੈ। ਕਰਮ ਤਾਂ ਆਉਂਦਾ ਹੀ ਆਉਂਦਾ। ਗੁਰੂ ਦਾ ਵੀ ਕਰਮ ਆਉਂਦਾ, ਵੀ ਗੁਰੂ ਨੇ ਕਰਮ ਕਰਿਆ ਸਾਡੇ ਉੱਪਰ, ਕਿਰਪਾ ਵੀ ਕਰਦਾ ਉਹ। ਇਹ ਥੋੜ੍ਹਾ ਜਿਹਾ ਭੇਦ ਇਹਨਾਂ ਦਾ ਵੀ ਜਾਣੋ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਦੇ ਉੱਪਰ ਗੁਰੂ ਦੀ ਨਜ਼ਰ ਹੋ ਜਾਂਦੀ ਹੈ ਅਤੇ ਪਰਮਾਤਮਾ ਦਾ ਕਰਮ ਹੁੰਦਾ ਹੈ, ਕਿਉਂਕਿ ਕਰਮ ਤੋਂ ਬਿਨਾਂ ਗੁਰੂ ਮਿਲਦਾ ਨਹੀਂ, ਨਜ਼ਰ ਕਿੱਥੋਂ ਬਣੂਗੀ। ਉਹਨਾਂ ਨੇ ਇਹ ਕਾਰ ਕਰਨੀ ਹੈ ਨਾਮ ਵਾਲੀ, ਜਿਨ੍ਹਾਂ ਦੇ ਉੱਪਰ ਗੁਰੂ ਨਜ਼ਰ ਕਰੇ ਅਤੇ ਗੁਰੂ ਦਾ ਮਿਲਾਪ ਉਹਦੇ ਬਖਸ਼ਿਸ਼ ਨਾਲ, ਉਹਦੇ ਕਰਮ ਨਾਲ ਹੋਵੇ ਸਾਨੂੰ। ਤੋ ਇੱਕ ਵਿਚਾਰ ਹੋਰ ਥੋੜ੍ਹੀ ਜਿਹੀ ਮਨ 'ਚ ਆ ਗਈ ਹੈ, ਵਿਵੇਕ ਦੀ। ਵਿਵੇਕ ਗਿਆਨ ਸਾਧ ਸੰਗਤ ਜੀ ਉਹ ਹਉਮੈ ਰਹਿਤ ਗਿਆਨ ਨੂੰ ਕਹਿੰਦੇ। ਬਹੁਤ ਵਾਰੀ ਜ਼ਿਕਰ ਆਉਂਦਾ ਵਿਵੇਕ ਦਾ ਗੁਰਬਾਣੀ 'ਚ। ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਰਮ ਕਰਨੇ ਨਾਲ ਵਿਵੇਕ ਨਹੀਂ ਬਣਦਾ। ਇਹ ਵੀ ਗੁਰੂ ਨਦਰ 'ਤੇ ਡਿਪੈਂਡ ਕਰਦਾ, ਪਰਮਾਤਮਾ ਦੇ ਕਰਮ 'ਤੇ ਡਿਪੈਂਡ ਕਰਦਾ। ਜੇ ਸਾਨੂੰ ਵਿਵੇਕ ਬੁੱਧੀ ਉਹ ਬਖਸ਼ ਦੇਵੇ ਤਾਂ। ਹੁਣ ਇਹ ਵਿਵੇਕ ਉਹ ਗਿਆਨ ਹੈ ਜਿਹੜਾ ਮਨ ਔਰ ਇੰਦਰੀਆਂ ਰਾਹੀਂ ਨਹੀਂ ਲਿਆ ਜਾਂਦਾ। ਬਾਕੀ ਦਾ ਗਿਆਨ ਸਾਰਾ ਮਨ ਔਰ ਇੰਦਰੀਆਂ ਔਰ ਬੁੱਧੀ ਰਾਹੀਂ ਇਕੱਠਾ ਕਰਿਆ ਜਾਂਦਾ, ਲੇਕਿਨ ਵਿਵੇਕ ਗਿਆਨ ਮਨ, ਇੰਦਰੀ, ਬੁੱਧੀ ਤੋਂ ਬਾਹਰ ਦੀ ਬਾਤ ਹੈ। ਇਹ ਬਖਸ਼ਿਸ਼ ਹੈ, ਇਹ ਉਹਦਾ ਅਲਤਾਫ ਹੈ, ਉਹਦੀ ਕਿਰਪਾ ਹੈ, ਜਿਹੋ ਜੇ ਨਦਰ ਹੈ। ਇਹ ਹਉਮੈ ਰਹਿਤ ਅਵਸਥਾ 'ਚ ਹੁੰਦੀ ਹੈ ਜਿਹੜਾ ਵਿਵੇਕ ਗਿਆਨ ਦੀ ਬਾਤ ਹੈ। ਜਦੋਂ ਹਉਮੈ ਟੁੱਟੂਗੀ ਉਦੋਂ ਵਿਵੇਕ ਬਣਨਾ, ਅਦਰਵਾਈਜ਼ ਤਾਂ ਚਲਾਕੀਆਂ ਚੁਸਤੀਆਂ ਔਰ ਬਰੀਕ ਬੁੱਧੀ ਵਾਲਾ ਹੀ ਗਿਆਨ ਹੁੰਦਾ ਸੰਸਾਰ ਦੇ ਪੱਲੇ, ਜਿਹਨੂੰ ਅਸੀਂ ਵਿਵੇਕ ਸਮਝੀ ਬੈਠੇ ਹਾਂ। ਔਰ ਇਹੀ ਚੀਜ਼ ਸਾਧ ਸੰਗਤ ਜੀ ਉਹ ਸੁੱਖ ਸਹਿਜ ਔਰ ਸਹਿਜ ਆਨੰਦ ਦੀ ਵੀ ਹੈ, ਜੋ ਸਮਝ ਆਈ ਇਹ ਬਾਤ। ਸੁੱਖ ਸਹਿਜ, ਸੁੱਖਾਂ ਦੇ ਵਿੱਚ ਵੀ ਬੰਦਾ ਵਿਚਲਿਤ ਨਹੀਂ ਹੁੰਦਾ। ਨਹੀਂ ਤਾਂ ਬੰਦਾ ਦੁਨਿਆਵੀ ਜਿਹੜਾ ਹੈ ਸੁੱਖਾਂ ਦੇ ਵਿੱਚ ਗਾਜੇ ਬਾਜੇ ਢੋਲ ਤਮਾਸ਼ੇ, ਕਿੰਨਾ ਕਿੰਨਾ ਖਰਚਾ ਕਰਦਾ, ਬਹੁਤ ਚੌ ਚੜ੍ਹ ਜਾਂਦਾ ਵੀ ਪਤਾ ਨਹੀਂ ਮੁੰਡਾ ਜੰਮ ਗਿਆ ਕਿਆ ਹੋ ਗਿਆ, ਜਾਂ ਵਿਆਹ ਹੋ ਗਿਆ ਤਾਂ ਕਿਆ ਹੋ ਗਿਆ। ਲੇਕਿਨ ਜਦ ਦੁੱਖ ਪੈਣਾ ਫਿਰ ਬਿਲਕੁਲ ਡਰ ਜਾਂਦਾ, ਕੰਧਾਂ 'ਚ ਟੱਕਰਾਂ ਮਾਰਦਾ ਵੀ ਹੁਣ ਕਿਆ ਹੋ ਗਿਆ। ਤੋ ਸੁੱਖ ਸਹਿਜ ਦੀ ਅਵਸਥਾ ਹੈ ਜਦੋਂ ਚੌਥੇ ਪਦ ਦੇ ਵਿੱਚ ਅਨਹਦ ਚੱਲ ਪੈਂਦਾ, ਪਰ ਅਜੇ ਦੁੱਖਾਂ ਪ੍ਰਤੀ ਸਹਿਜ ਨਹੀਂ ਹੋਇਆ ਹੁੰਦਾ। ਦੁੱਖਾਂ ਪ੍ਰਤੀ ਜਦੇ ਭਗਤ ਫਿਰ ਪਰਮਾਤਮਾ ਨੂੰ ਯਾਦ ਕਰਕੇ ਬਖਸ਼ਾਉਂਦਾ ਆਪਣੇ ਆਪ ਨੂੰ। ਜਿਹੜਾ ਸਹਿਜ ਆਨੰਦ ਹੈ ਉਹ ਪਰਮ ਪਦ ਵਿੱਚ ਹੁੰਦਾ ਹੈ। ਜਦੋਂ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹੈ, ਇੱਕਮਿਕਤਾ ਹੁੰਦੀ ਹੈ, ਉਸ ਅਵਸਥਾ ਦੇ ਵਿੱਚ ਦੁੱਖਾਂ ਪ੍ਰਤੀ ਵੀ ਵਿਚਲਿਤ ਨਹੀਂ ਹੁੰਦਾ ਬੰਦਾ। ਭਾਵੇਂ ਆਰਾ ਚੱਲੇ ਸਿਰ ਦੇ ਉੱਤੇ, ਭਾਵੇਂ ਬੰਦ ਬੰਦ ਕੱਟੇ ਜਾਣ, ਭਾਵੇਂ ਚਾਂਦਨੀ ਚੌਕ ਦਾ ਸਾਕਾ ਹੋਵੇ, ਭਾਵੇਂ ਤੱਤੀ ਤਵੀ ਹੋਵੇ। ਦੁੱਖਾਂ ਔਰ ਸੁੱਖਾਂ ਦੇ ਵਿੱਚ ਦੋਹਾਂ ਵਿੱਚ ਵਿਚਲਿਤ ਨਾ ਹੋਣਾ, ਉਹਨੂੰ ਸਹਿਜ ਆਨੰਦ ਕਹਿੰਦੇ, ਜੋ ਦਾਸਰੇ ਨੂੰ ਸਮਝ ਆਈ ਹੈ। ਕਿਉਂਕਿ ਬੁੱਧੀ ਹੈ ਫਿਰ ਵੀ ਖਾਮ ਹੁੰਦੀ ਹੈ, ਪਰ ਚੱਲ ਕੇ ਬਾਣੀ ਦੇ ਪਿੱਛੇ ਹੀ ਸਮਝ ਆ ਰਹੀ ਹੈ ਜਿਹੜੀ ਹੈ। ਤੋ ਸੁੱਖ ਸਹਿਜ ਔਰ ਸਹਿਜ ਆਨੰਦ ਇੱਕ ਦੂਜੇ ਖਾਤਰ ਗੁਰਬਾਣੀ 'ਚ ਵਰਤੇ ਗਏ। ਇਹ ਵੀ ਭੇਦਾ ਭੇਦ ਹੈ। ਜਪ
ਜਾਪ, ਸਿਮਰਨ ਔਰ ਲਿਵ, ਇਹ ਸ਼ਬਦ ਵੀ ਅਕਸਰ ਗੁਰਬਾਣੀ 'ਚ ਆਉਂਦੇ, ਸੁਖਮਨੀ ਸਾਹਿਬ 'ਚ ਵੀ ਬਹੁਤ ਜਗ੍ਹਾ ਆਏ ਹੈ। ਇਹਨਾਂ ਦੀ ਵੀ ਥੋੜ੍ਹੀ ਜਿਹੀ ਵਿਚਾਰ ਕਰਕੇ ਸਮਾਪਤੀ ਕਰੀਏ। ਜਪਣਾ ਜ਼ਬਾਨ ਦੇ ਰਾਹੀਂ ਮਨ ਸੁਣਦਾ ਹੋਵੇ, ਜਗਾ ਕੇ ਬਾਣੀ ਨੂੰ ਪੜ੍ਹੀਏ, ਉਹ ਵੀ ਜਪ ਹੁੰਦਾ ਹੈ। ਮਨ ਨੂੰ ਜਗਾਈਏ ਬਾਣੀ ਨਾਲ। ਉਸ ਤੋਂ ਅੱਗੇ ਜਾਪ, ਜਦੋਂ ਕੰਠ ਵਿੱਚ ਮਾਲਾ ਦੇ ਤੌਰ 'ਤੇ, ਇੱਕ ਤਾਂ ਆਪਾਂ ਮਾਲਾ ਬਾਹਰ ਪਾਉਂਦੇ, ਕਬੀਰ ਜੀ ਕਹਿੰਦੇ ਆ ਵੀ ਮੇਰੇ ਮਨ 'ਚ ਕਿਹੜੀ ਮਾਲਾ ਪਈ ਹੋਈ, ਮੇਰੇ ਕੰਠ 'ਚ ਕਿਹੜੀ ਮਾਲਾ ਪਈ ਹੋਈ ਹੈ, ਨਾਮ ਵਾਲੀ। ਨਾਮ ਦੇ ਮਣਕੇ ਮੈਂ ਵਾਰ ਵਾਰ ਹਿਲਾਉਂਦਾ। ਉਹ ਅੰਦਰ ਤੋਂ ਜਦੋਂ ਗਲੇ ਵਿੱਚੋਂ ਆਉਂਦਾ, ਬੁੱਲ ਬੇਸ਼ੱਕ ਬੰਦ ਹੋ ਜਾਂਦੇ, ਬੁੱਲਾਂ ਵਾਲੇ ਜਪ ਨੂੰ ਉਹ ਪੰਛੂ ਜਾਪ ਕਹਿੰਦੇ। ਜਦੋਂ ਗਲੇ ਵਿੱਚੋਂ ਹੁੰਦਾ, ਅੰਦਰੋਂ ਅੰਦਰ ਹੀ, ਬਾਹਰ ਨਹੀਂ ਪਤਾ ਲੱਗਦਾ ਕਿਸੇ ਨੂੰ, ਉਹ ਜਾਪ ਬਣ ਜਾਂਦਾ। ਔਰ ਉਸ ਤੋਂ ਅਗਲੀ ਸਟੇਜ ਸਿਮਰਨ ਦੀ ਹੈ, ਯਾਦ ਕਰਨਾ, ਪਰਮਾਤਮਾ ਨੂੰ ਯਾਦ ਕਰਨਾ, ਸਿਮਰਨ ਕਰਨਾ। ਇਹੀ ਸਿਮਰਨ ਜਦੋਂ ਬਹੁਤ ਇੰਟੈਂਸਿਟੀ 'ਚ ਵੱਧ ਜਾਵੇ, ਫਿਰ ਉਹਨੂੰ ਲਿਵ ਕਹਿੰਦੇ। ਇਹ ਦੁਨੀਆਦਾਰੀ 'ਚ ਵੀ ਹੁੰਦਾ ਹੈ। ਕਿਵੇਂ? ਸੱਸੀ ਉੱਠੀ ਅਚਾਨਕ, ਪੁੰਨੂੰ ਨੂੰ ਚੱਕ ਲੈ ਗਏ ਉਹਦੇ ਭਾਈ, ਆਪ ਜੀ ਜਾਣਦੇ ਆ ਸਭ, ਤੋਂ ਮਾਰੂਥਲਾਂ ਦੇ ਵਿੱਚ ਰੇਤੇ 'ਚ ਪੈਰ ਵੀ ਭੁੱਜ ਗਏ, ਟੋਲਦੀ ਫਿਰਦੀ ਹੈ ਸੱਸੀ ਪੁੰਨੂੰ ਨੂੰ। ਪੁੰਨੂੰ ਦੇ ਊਂਟਾਂ ਦੀਆਂ 81 ਟੱਲੀਆਂ ਉਹਦੇ ਮਨ ਵਿੱਚ ਹਰ ਵਕਤ ਵੱਜ ਰਹੀਆਂ ਵੀ ਇੱਧਰ ਨੂੰ ਗਿਆ ਹੋਣਾ, ਇੱਧਰ ਨੂੰ ਗਿਆ, ਉਹ ਸੁਣੀ ਜਾਂਦੀਆਂ ਉਹਨੂੰ ਉਸ ਤਰ੍ਹਾਂ। ਇਹ ਦੁਨੀਆਦਾਰੀ 'ਚ ਵੀ ਹੁੰਦਾ ਇਸ ਤਰ੍ਹਾਂ। ਇਹ ਲਿਵ ਹੈ। ਜਦੋਂ ਸਿਮਰਨ ਪੂਰਾ ਮਨ ਉਹਦੇ 'ਚ ਇੱਕਦਮ ਕੰਸਨਟਰੇਟ ਕਰ ਜਾਵੇ, ਉਹਨੂੰ ਲਿਵ ਕਹਿੰਦੇ ਫਿਰ। ਅਤੇ ਇਹੀ ਲਿਵ ਪਰਮਾਤਮਾ ਦੇ ਨਾਲ ਵੀ ਹੈ, ਰੂਹਾਨੀ ਫੀਲਡ ਵਿੱਚ। ਜਪ ਤੋਂ ਜਾਪ, ਜਾਪ ਤੋਂ ਸਿਮਰਨ, ਸਿਮਰਨ ਤੋਂ ਲਿਵ। ਸਿਮਰਨ, ਉਹ ਜਿਹੜੀ ਧੁਨ ਹੈ, ਉਹ ਵੀ ਲਿਵ ਨੂੰ ਹੀ ਕਹਿੰਦੇ। ਧੁਨ ਇੱਕ ਤਾਂ ਹੁੰਦੀ ਹੈ ਸੰਗੀਤ ਦੀ, ਜਿਹੜਾ ਸਾਊਂਡ ਹੁੰਦੀ ਹੈ। ਇੱਕ ਧੁਨੀ ਹੁੰਦੀ ਹੈ ਵੀ ਉਹਨੂੰ ਤਾਂ ਜੀ ਧੁਨ ਲੱਗ ਗਈ ਹੁਣ ਉਸ ਕੰਮ ਦੀ। ਧੁਨ ਦਾ ਮਤਲਬ ਹੁੰਦਾ ਲਿਵ ਲੱਗ ਜਾਣਾ, ਉੱਧਰ ਹੀ ਹਰ ਵਕਤ ਖਿਆਲ ਹੋ ਜਾਣਾ। ਦੂਜਾ ਹੋਰ ਸਭ ਕੁਝ ਵਿਸਰ ਜਾਣਾ, ਇੱਕ ਦੇ ਨਾਲ ਮਨ ਦਾ ਜੁੜ ਜਾਣਾ, ਉਹਨੂੰ ਕਹਿੰਦੇ ਲਿਵ। ਤੋ ਇਹ ਕੁਛ ਵਿਚਾਰ ਕਈ ਵਾਰ ਆਉਂਦੀ ਜਾਂਦੀ ਹੈ, ਗੁਰਬਾਣੀ ਵਿੱਚ ਤਾਂ ਅਕਸਰ ਆਉਂਦੀ ਹੈ, ਰੋਜ਼ ਹੀ ਆਉਂਦੀਆਂ ਇਹ ਚੀਜ਼ਾਂ, ਪਰ ਕਿਤੇ ਕਿਤੇ ਯਾਦ ਆ ਜਾਂਦੀ, ਕਿਤੇ ਭੁੱਲ ਵੀ ਜਾਈਦਾ। ਸਾਧ ਸੰਗਤ ਜੀਓ, ਬੁੱਧੀ ਖਾਮ ਹੈ, ਜੇ ਗੁਰੂ ਮਹਾਰਾਜ ਬਖਸ਼ਣ, ਹੋਰ ਮੱਤ ਦਵੇਂ ਤਾਂ ਇਹ ਹੋਰ ਵੀ ਬਹੁਤ ਵਧੀਆ ਐਕਸਪਲੇਨ ਕਰੀ ਜਾ ਸਕਦੀ ਹੈ। ਸੰਗਤ ਵਿੱਚੋਂ ਕੋਈ ਹੋਰ ਪੁਰਸ਼ ਕਰੇ ਤਾਂ ਹੋਰ ਵੀ ਚੰਗੀ ਗੱਲ ਹੈ, ਕਿਉਂਕਿ ਬੰਦਾ ਕਦੇ ਵੀ ਪਰਫੈਕਟ ਹੁੰਦਾ ਹੀ ਨਹੀਂ, ਹੋ ਵੀ ਨਹੀਂ ਸਕਦਾ, ਜਿੰਨਾ ਚਿਰ ਕਿਰਪਾ ਨਾ ਵਰਸੇ ਉਹਦੀ। ਕਿਰਪਾ ਵੀ ਫੁੱਲ ਪੂਰੀ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਵੇ ਤਾਂ। ਪੂਰੀ ਕਿਰਪਾ ਤੋਂ ਬਿਨਾਂ ਇਹ ਚੀਜ਼ਾਂ ਸੰਭਵ ਹੀ ਨਹੀਂ ਹੈ। ਥੋੜ੍ਹੀ ਕਿਰਪਾ ਨਾਲ ਠੀਕ ਹੈ, ਥੋੜ੍ਹਾ ਬਹੁਤਾ ਚੱਲੂਗਾ ਬੰਦਾ, ਇਹ ਵੀ ਕਿਰਪਾ ਹੀ ਹੈ ਵੀ ਬੰਦਾ ਸੰਗਤ ਵਿੱਚ ਆ ਜਾਵੇ। ਕਿਰਪਾ ਤੋਂ ਬਿਨਾਂ ਇਹ ਕੰਮ ਵੀ ਨਹੀਂ ਹੁੰਦਾ। ਪਰ ਜਦੋਂ ਪੂਰੀ ਕਿਰਪਾ ਹੋਊਗੀ, ਫਿਰ ਬੰਦੇ ਦਾ ਮਨ ਵੱਸ 'ਚ ਆਉਣਾ, ਫਿਰ ਕੁਛ ਸਮਝ ਆਉਣੀ ਹੈ ਵੀ ਮੈਂ ਤਾਂ ਐਵੇਂ ਹਨੇਰੇ 'ਚ ਟੱਕਰਾਂ ਮਾਰਦਾ ਫਿਰਦਾ, ਮੇਰੇ ਕੋਲ ਤਾਂ ਪੱਲੇ ਹੀ ਕੁਛ ਨਹੀਂ ਹੈ, ਹਉਮੈ ਦੇ ਵਿੱਚ ਫਿਰਦਾ ਸਾਰਾ ਦਿਨ। ਇਹ ਚੀਜ਼ ਦੀ ਪ੍ਰਤੀਤ ਆ ਜਾਣੀ ਹੈ। ਫਿਰ ਸੁਣਿਆ ਵਾ ਤਾਂ ਬਹੁਤ ਵਾਰੀ ਹੁੰਦਾ ਵੀ ਹਉਮੈ ਬੁਰੀ ਹੈ, ਸੰਗਤ 'ਚ ਰੋਜ਼ ਹੀ ਸੁਣਦੇ ਆਪਾਂ, ਪਰ ਪ੍ਰਤੀਤ ਕਦੋਂ ਆਊਗੀ? ਜਦੋਂ ਪੂਰੀ ਕਿਰਪਾ ਵਰਸੂਗੀ। ਕੋਈ ਪਿਛਲਾ ਜਿਹੜਾ ਕਰਮ ਹੈ ਉਹ ਫੁੱਟੂਗਾ ਮੱਥੇ ਦਾ, ਉਦੋਂ ਫਿਰ ਇਹ ਅਵਸਥਾ ਬਣਦੀ ਹੈ। ਤਾਂ ਉਹਨੂੰ ਉਹ ਅਵਸਥਾ ਬਣ ਜਾਵੇ, ਗੁਰੂ ਮਹਾਰਾਜ ਕਿਰਪਾ ਕਰੇ ਸਭ ਦੇ ਉੱਪਰ, ਇਹ ਅਰਜ਼ੋਈ ਤਾਂ ਆਪਾਂ ਨੂੰ ਕਰਨੀ ਓ ਬਣਦੀ ਹੈ। ਜੇ ਉਹ ਵਰਸ ਜੇਗਾ ਤਾਂ ਠੀਕ ਹੈ, ਨਹੀਂ ਵੀ ਵਰਸੂਗਾ ਤਾਂ ਵੀ ਉਹਦੇ ਕਰ ਵੀ ਆਪਾਂ ਕਹਿ ਸਕਦੇ ਹਾਂ, ਜਦ ਆਪਣੇ ਵਾਸ 'ਚ ਨਹੀਂ ਕੁਛ ਹੈ। ਹੋ ਸਕਦਾ ਪਿਛਲੀ ਉਮਰ 'ਚ ਦੇ, ਹੋ ਸਕਦਾ ਅਗਲੇ ਜਾਮੇ 'ਚ ਦੇ, ਹੋ ਸਕਦਾ ਨਾ ਦੇਵੇ, ਇਹ ਉਹਦੀ ਰਜ਼ਾ ਹੈ। ਇਸੇ ਵਿੱਚ ਆਉਣ ਨੂੰ ਹੀ, ਹੁਕਮ ਨੂੰ ਹੀ ਨਾਮ ਕਹਿੰਦੇ ਆ। ਭਾਈ ਡਾਕਟਰ ਜਸਪਾਲ ਵੀਰ ਸਿੰਘ ਜੀ ਵੀ ਕਰ ਰਹੇ ਸੀ ਸਵੇਰੇ ਕਥਾ ਇਸੇ ਚੀਜ਼ ਦੀ, ਇੱਕੋ ਨਾਮ ਹੁਕਮ ਹੈ ਸਤਿਗੁਰ ਦੀਆ ਬੁਝਾਈ। ਤੋ ਇਹ ਜਿਹੜਾ ਹੁਕਮ ਮੰਨਣਾ ਉਹ ਨਾਮ ਹੀ ਹੈ, ਨਾਮ ਦੀ ਐਪਲੀਕੇਸ਼ਨ ਇਹ ਹੁਕਮ ਮੰਨਣ ਵਿੱਚ ਹੈ, ਨਹੀਂ ਹੋ ਹੀ ਨਹੀਂ ਸਕਦਾ। ਨਾਮ ਅੰਦਰ ਪ੍ਰਗਟੇ ਨਹੀਂ ਹੋਣਾ ਜਿੰਨਾ ਚਿਰ ਬੰਦਾ ਹੁਕਮ 'ਚ ਨਹੀਂ ਆਉਂਦਾ। ਦਿਓ ਆਗਿਆ ਕੋਈ ਅਪਸ਼ਬਦ ਦੀ ਖਿਮਾ, ਦੁਬਾਰੇ ਤੋਂ ਫੇਰ ਇੱਕ ਵਾਰ ਇਹ ਕਹਿੰਦੇ ਹੋਏ ਵੀ ਦੂਜੇ ਦੀ ਆਸ, ਦੂਜੇ ਦਾ ਗਿਆਨ, ਦੂਜੇ ਦਾ ਧਿਆਨ, ਦੂਜੇ ਦੇ ਚਰਨ ਸਰੇਵਣੇ, ਦੂਜੇ ਦਾ ਮੋਹ, ਦੂਜੇ ਦਾ ਸੰਗ, ਇਹ ਸਾਰੀ ਗੁਰਮਤਿ ਨੇ ਵਿਵਰਜਿਤ ਕਰੇ। ਬਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਭਾਉ, ਇਹਦਾ ਮਤਲਬ ਇਹੀ ਹੈ।
ਗੁਰੂ ਔਰ ਪਰਮਾਤਮਾ ਇੱਕੋ ਨੇ, ਉਹਦੇ ਨਾਲ ਜੁੜ ਜਾਓ ਭਾਈ। ਉਸੇ ਦੀ ਗੱਲ ਕਰੋ, ਉਸੇ ਦੀ ਆਸ ਰੱਖੋ, ਉਸੇ ਦਾ ਗਿਆਨ ਪ੍ਰਾਪਤ ਕਰੋ, ਉਸੇ ਦੀ ਸੰਗਤ ਕਰੋ। ਉਹਦੀ ਸੰਗਤ ਹੈ ਜਿਹੜੀ, ਉਹਦੀ ਸੰਗਤ ਕਰੋ ਔਰ ਦੂਜਿਆਂ ਦਾ ਸੰਗ ਛੱਡ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।